ਅੱਜ ਮੈਂ ਗੱਲ ਕਰਨਾ ਚਾਹ ਰਹੀ ਹਾਂ ਕਿ ਮੈਂ ਇੱਥੇ ਪੁੰਤਾਕਾਨਾ ਦੇ ਵਿੱਚ ਕੀ ਕਰ ਰਹੀ ਹੈਗੀ ਆ। ਬਹੁਤ ਸਾਰੇ ਕਲਾਇੰਟਸ ਕਾਲ ਕਰਦੇ ਨੇ ਔਰ ਪੁੱਛਦੇ ਨੇ ਕਿ ਹਾਊ ਕਮ ਆਪਣੀ ਕਿੰਨੀ ਕੁ ਕਮਿਊਨਿਟੀ ਹੈ, ਤੁਸੀਂ ਕਿੱਦਾਂ ਮੂਵ ਕਰ ਗਏ ਕੈਨੇਡਾ ਤੋਂ। ਤੇ ਆਈ ਵਾਂਟ ਟੂ ਟਾਕ ਅਬਾਊਟ what am I doing here, why am I here, ਪੁੰਤਾਕਾਨਾ ਕਿਉਂ ਚੂਜ਼ ਕੀਤਾ, ਉਹਦੇ ਬਾਰੇ ਤੇ ਵੀਡੀਓ ਹੋਣ ਵਾਲੀ ਹੈ ਥੋੜੀ ਡਿਟੇਲ। ਤੇ ਆਪਣਾ ਚਾਹ ਦਾ ਕੱਪ ਮੇਰੇ ਵਾਂਗੂ ਤੁਸੀਂ ਵੀ ਲੈ ਕੇ ਬੈਠ ਜਾਓ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਤੇ ਸਭ ਤੋਂ ਪਹਿਲੇ ਤੇ ਲੈਟ ਮੀ ਟੈਲ ਯੂ ਅਬਾਊਟ ਮਾਈਸੈਲਫ। ਮੇਰਾ ਬੈਕਗਰਾਉਂਡ ਇੰਡੀਆ ਤੋਂ ਹੈ। ਮੈਂ ਆਪਣੀ ਲਾਈਫ ਤੇ ਮੋਰ ਦੈਨ 20 ਇਅਰਸ ਇੰਡੀਆ ਕੱਢੇ ਸੀ, ਪੜ੍ਹਾਈ ਵੀ ਉੱਥੇ ਕੀਤੀ, ਜੌਬਸ ਵੀ ਉੱਥੇ ਕੀਤੀਆਂ। ਐਂਡ ਅਬਾਊਟ 20 ਇਅਰਸ ਅਗੋ 20 ਸਾਲ ਪਹਿਲੇ ਮੈਂ ਔਰ ਮੇਰੇ ਹਸਬੈਂਡ ਕੈਨੇਡਾ ਮੂਵ ਕਰ ਗਏ। ਔਰ ਉੱਥੇ ਫਿਰ ਮਿਹਨਤ ਬਹੁਤ ਕੀਤੀ, ਜਿੱਦਾਂ ਤੁਸੀਂ ਵੀ ਕਰਦੇ ਹੋ ਅਸੀਂ ਵੀ ਕਰਦੇ ਹਾਂ। ਬਹੁਤ ਬਟ ਆਈ ਐਮ ਬੀਨ ਬਲੈਸਡ। ਮੈਂ ਬਹੁਤ ਵਧੀਆ ਮੇਰਾ ਕਰੀਅਰ ਰਿਹਾ ਹੈਗਾ ਆ ਟੀਚਿੰਗ 'ਚ, ਦੈਨ ਗਵਰਨਮੈਂਟ ਜੌਬਸ 'ਚ, ਮਿਊਨਸਿਪੈਲਿਟੀ, ਫੈਡਰਲ ਗਵਰਨਮੈਂਟ। ਦੈਨ ਮੈਂ ਆਪਣਾ ਬਿਜ਼ਨਸ ਵੀ ਰਨ ਕੀਤਾ। ਮੇਰਾ ਬੈਕਗਰਾਉਂਡ ਮਾਰਕੀਟਿੰਗ ਐਂਡ ਬਿਜ਼ਨਸ ਮੈਨੇਜਮੈਂਟ ਦਾ ਹੈਗਾ ਆ। ਤੇ ਇਟਸ ਬਿਨ ਅ ਰਿਵਾਰਡਿੰਗ ਕਰੀਅਰ। ਐਂਡ ਦੈਨ ਅਲੋਂਗ ਦ ਵੇ ਵੀ ਹੈਡ 2 ਕਿਡਸ। ਤੇ ਹੁਣ ਤੇ ਚਲੋ ਹੁਣ ਉਹ ਵੱਡੇ ਹੋ ਗਏ ਨੇ ਯੂਨੀਵਰਸਿਟੀਜ਼ ਦੇ ਵਿੱਚ ਔਰ ਯੂਨੀਵਰਸਿਟੀ ਦੀ ਪ੍ਰਿਪਰੇਸ਼ਨਸ ਕਰ ਰਹੇ ਨੇ। ਐਨੀ ਹਾਓ ਅਬਾਊਟ ਉਹ ਤੋਂ ਬਾਅਦ ਤਕਰੀਬਨ 10 ਕੁ ਸਾਲ ਪਹਿਲੇ ਰੀਅਲ ਅਸਟੇਟ ਦੇ ਵਿੱਚ, 10 ਵੀ ਨਹੀਂ, ਆਈ ਥਿੰਕ ਜ਼ਿਆਦਾ ਹੋ ਗਏ, 12 ਸਾਲ ਪਹਿਲੇ ਰੀਅਲ ਅਸਟੇਟ ਦੇ ਵਿੱਚ ਐਂਟਰ ਕੀਤਾ। ਪਹਿਲੇ ਏਜੰਟਸ ਨੂੰ ਟ੍ਰੇਨ ਕਰਨਾ ਬਿਕੋਜ਼ ਆਫ ਮਾਈ ਕੋਚਿੰਗ ਬੈਕਗਰਾਊਂਡ, ਰੀਅਲਟਰਸ ਨੂੰ ਹੈਲਪ ਕਰਨਾ ਪਰਸਨਲ ਬ੍ਰਾਂਡ ਡਿਵੈਲਪ ਕਰਨ 'ਚ। ਦੈਨ ਹੌਲੀ ਕਰਦੇ 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 ਮੈਂ ਔਰ ਮੇਰੇ ਹਸਬੈਂਡ ਅਸੀਂ ਦੋਨੋਂ ਰੀਅਲ ਅਸਟੇਟ ਦੇ ਵਿੱਚ ਐਂਟਰ ਹੋ ਗਏ। ਐਂਡ ਉਹ ਤੋਂ ਬਾਅਦ ਕੰਮ ਬਹੁਤ ਕੀਤਾ, ਰੀਸੇਲ 'ਚ ਵੀ ਕੀਤਾ, ਪ੍ਰੀ ਕੰਸਟਰਕਸ਼ਨ 'ਚ ਵੀ ਕੀਤਾ। ਫਿਰ ਜਿੱਦਾਂ ਜਿੱਦਾਂ ਅਸੀਂ ਗਰੋ ਕਰਦੇ ਕਰੇ ਸਾਡੇ ਕਲਾਇੰਟਲ ਵੀ ਉਸ ਹਿਸਾਬ ਨਾਲ ਅੱਗੇ ਜਾਂਦੀ ਰਹੀ। ਜਿੱਦਾਂ ਪਹਿਲੇ ਜ਼ਿਆਦਾ ਐਂਡ ਯੂਜ਼ਰ ਸੀਗੇ, ਆਪਣਾ ਘਰ ਬਾਏ ਕਰ ਰਹੇ ਸੀ। ਫਿਰ ਅਸੀਂ ਇਨਵੈਸਟਮੈਂਟਸ 'ਚ ਆ ਗਏ, ਸਾਡੇ ਕਲਾਇੰਟ ਵੀ ਬਹੁਤ ਸਾਰੇ ਸਾਡੇ ਨਾਲ ਇਨਵੈਸਟਮੈਂਟਸ 'ਚ ਆ ਗਏ। ਤੇ ਇਟਸ ਬਿਨ ਅ ਬਲੈਸਿੰਗ ਕਿ ਕਲਾਇੰਟਸ ਦਾ ਬੜਾ ਸਪੋਰਟ ਮਿਲਿਆ ਥਰੂ ਆਊਟ ਦ ਟਾਈਮ। ਉਹ ਤੋਂ ਬਾਅਦ ਅਬਾਊਟ 2019 ਦੇ ਵਿੱਚ I had a news that I had to go through a surgery। ਮੈਨੂੰ ਆਪਣਾ ਥਾਇਰੋਇਡ ਰਿਮੂਵ ਕਰਨਾ ਸੀਗਾ, ਕਰਾਉਣਾ ਸੀਗਾ ਉਸ ਟਾਈਮ ਤੇ। ਸੋ ਆਈ ਹੈਡ ਗੋਨ ਥਰੂ ਦੈਟ ਸਰਜਰੀ। ਐਂਡ ਉਹ ਤੋਂ ਬਾਅਦ ਕੀ ਹੋਇਆ ਕਿ ਮਾਈ ਬੋਡੀ ਸਟਾਰਟਡ ਗਿਵਿੰਗ ਮੀ ਸਾਇੰਸ ਕਿ ਹੁਣ ਕੈਨੇਡਾ ਦੀ ਠੰਡ ਬਰਦਾਸ਼ਤ ਨਹੀਂ ਹੁੰਦੀ। ਐਂਡ ਆਈ ਵਾਜ਼ ਨਾਟ ਏਬਲ ਟੂ ਇੰਜੋਏ ਮਾਈ ਲਾਈਫ ਦ ਵੇ ਆਈ ਯੂਜ਼ ਟੂ ਬੀ। ਤੇ ਇਸ ਕਰਕੇ ਮੈਂ ਕੁਛ ਦਿਨ ਜਾਂਦੀ ਸੀ ਆਫਿਸ, ਫਿਰ I get sick and then I stay home। Then I realized कि this is not something, और मैं लोगों ਤੋਂ ਵੀ ਸੁਣਦੀ ਸੀ ਬਹੁਤ ਸਾਰੇ, like ਮੇਰੇ client ਵੀ ਆ ਕੇ ਦੱਸਦੇ ਸੀ ਕਿ the health issues they are going through and the problem they are going through and everybody wanted to go back to India। ਮੈਂ ਵੀ ਇੰਡੀਆ ਵਾਪਸ ਜਾਣਾ ਚਾਹੁੰਦੀ ਸੀ ਜਦੋਂ health issues ਨੇ ਮੈਨੂੰ ਤੰਗ ਕੀਤਾ। ਤੇ and then in 2020 the COVID hit and then after my surgery it like ਤੁਸੀਂ ਅੰਦਰ ਰਹਿ ਰਹੇ ਹੋ, ਜ਼ਿਆਦਾ ਇੰਟਰੈਕਸ਼ਨ ਨਹੀਂ ਕਰ ਰਹੇ ਲੋਕਾਂ ਦੇ ਨਾਲ। ਤੇ ਅਗੇਨ ਇਟ ਹਿਟਸ ਯੂ ਬੈਡ। 2022 ਆਉਂਦੇ ਆਉਂਦੇ ਤੱਕ ਮੈਨੂੰ ਪਤਾ ਸੀਗਾ ਕਿ ਮੈਂ ਹੁਣ ਕੈਨੇਡਾ ਦੇ ਵਿੱਚ ਆਪਣੀਆਂ ਸਰਦੀਆਂ ਨਹੀਂ ਗੁਜ਼ਾਰ ਸਕਦੀ। ਸੋ ਦੈਨ ਆਈ ਸਟਾਰਟਡ ਲੁਕਿੰਗ ਫॉर ਅਨਦਰ ਕੰਟਰੀ। ਸੋ ਵਾਟ ਹੈਪਨ ਇਨ 2016 ਦੇ ਵਿੱਚ ਮੈਂ ਪਹਿਲਾਂ ਆਪਣਾ ਵਿਜ਼ਿਟ ਕੀਤਾ ਸੀਗਾ ਇਹਨਾਂ ਕੰਟਰੀਜ਼ ਦੇ ਵਿੱਚ, ਕੋਸਟਾਰੀਕਾ ਦੇ ਵਿੱਚ। ਔਰ ਇੰਨਾ ਵਧੀਆ ਪਲੈਜ਼ੈਂਟ ਟ੍ਰਿਪ ਸੀਗਾ ਕਿ ਕਦੀ ਸੋਚਿਆ, ਮਤਲਬ ਉਸ ਟਾਈਮ ਹੀ ਸੋਚ ਲਿਆ ਸੀਗਾ ਕਿ ਹੁਣ ਇੱਥੇ ਕੁਛ ਨਾ ਕੁਛ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਆਉਣਾ ਹੈ। ਮੈਂ ਹਰ ਸਾਲ 1 ਚੱਕਰ 2 ਚੱਕਰ ਲਗਾਉਂਦੀ ਰਹੀ, ਕਦੀ ਮੈਕਸੀਕੋ, ਕਦੀ ਡੋਮਿਨਿਕਨ ਰਿਪਬਲਿਕ, ਕਦੀ ਕੂਬਾ। ਅਲੱਗ ਅਲੱਗ ਜਗ੍ਹਾ ਦੇ ਵਿੱਚ ਮੈਂ ਜਾਂਦੀ ਸੀਗੀ ਔਰ ਰਹਿੰਦੀ ਸੀਗੀ ਆਪਣੀ ਫੈਮਿਲੀ ਦੇ ਨਾਲ, ਬੱਚਿਆਂ ਦੇ ਨਾਲ। ਸਪੈਸ਼ਲੀ ਆਫਟਰ 2022 ਮੈਂ ਬਹੁਤ ਸਾਰੇ ਟ੍ਰਿਪਸ ਇਕੱਲੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਬੱਚੇ ਆਪਣੀ ਐਜੂਕੇਸ਼ਨ ਕਰ ਰਹੇ ਸੀ, ਸਾਡਾ ਐਗਜ਼ਿਸਟਿੰਗ ਬਿਜ਼ਨਸ ਸੀਗਾ। ਸੋ ਮਾਈ ਹਸਬੈਂਡ ਵਾਜ਼ ਲੁਕਿੰਗ ਆਫਟਰ ਦੈਟ। ਸੋ ਮੈਂ ਬਹੁਤ ਸਾਰੇ ਸੋਲੋ ਟ੍ਰਿਪ ਲਗਾਉਣ ਲੱਗ ਗਈ। ਔਰ ਆਈ ਰਿਅਲਾਈਜ਼ਡ, ਪਹਿਲੇ ਸਭ ਤੋਂ ਪਹਿਲਾ ਥਾਟ ਸੀ ਕਿ ਵਾਪਸ ਇੰਡੀਆ ਜਾਣਾ, ਹਰ ਕੋਈ ਇਹੀ ਸੋਚਦਾ ਹੈ। ਮੈਂ ਵੀ ਆਪਣਾ ਐਕਸਪੈਰੀਮੈਂਟ ਕੀਤਾ 2023 'ਚ। ਆਈ ਡਿਕਲੇਅਰਡ ਰਿਟਾਇਰਮੈਂਟ, ਆਈ ਵੈਂਟ ਬੈਕ ਟੂ ਇੰਡੀਆ। ਮੈਂ ਉੱਥੇ 6 ਮਹੀਨੇ ਰਹੀ। ਇਟ ਵਾਜ਼ ਅ ਗ੍ਰੇਟ ਐਕਸਪੀਰੀਅੰਸ, ਬਹੁਤ ਵਧੀਆ ਸੀਗਾ। ਦੀ ਓਨਲੀ ਥਿੰਗ ਇਜ਼ ਕਿਉਂਕਿ ਜਦੋਂ ਤੁਸੀਂ ਲੌਂਗਰ ਟਾਈਮ ਲਈ ਕੈਨੇਡਾ ਜਾਂ ਅਮਰੀਕਾ ਵਰਗੀ ਕੰਟਰੀਜ਼ 'ਚ ਰਹਿੰਦੇ ਹੋ, ਫਿਰ ਕਈ ਵਾਰੀ ਤੁਹਾਡੀ ਸੋਚ ਨਹੀਂ ਮੈਚ ਕਰ ਰਹੀ ਹੁੰਦੀ। ਕਈ ਵਾਰੀ ਤੁਹਾਨੂੰ ਇੱਕ ਲਾਈਫ ਸਟਾਈਲ ਦੀ ਆਦਤ ਹੁੰਦੀ ਹੈ ਕਿ ਕਲੀਨ ਵਾਟਰ, ਮੈਂ ਕੈਨੇਡਾ 'ਚ ਟੈਪ ਤੋਂ ਹੀ ਪਾਣੀ ਪੀ ਰਹੀ ਸੀ, ਜਾਂ ਫਿਰ ਫਰੈਸ਼ ਏਅਰ,
ਮਚ ਕਲੀਨਰ এনवायरमेंट्स तो ਕਈ ਚੀਜ਼ਾਂ ਸੀਗੀਆਂ ਬਟ ਉਹਦੇ ਦੇ ਬੈਨੀਫਿਟ ਵੀ ਸੀਗੇ ਓਬਵੀਅਸਲੀ ਤੁਹਾਨੂੰ ਸਪੋਰਟ ਬਹੁਤ ਮਿਲਦੀ ਹੈ ਫੈਮਿਲੀ ਸਪੋਰਟ ਮੈਂਟਲ ਸਪੋਰਟ ਤੁਸੀਂ ਹੱਸਦੇ ਜ਼ਿਆਦਾ ਹੋ ਤੁਸੀਂ ਤੁਹਾਨੂੰ ਖਾਣ ਦੀ ਵੈਰਾਈਟੀ ਬੜੀ ਮਿਲਦੀ ਹੈ ਤਾਂ ਮੈਨੂੰ ਇੰਡੀਆ ਵੀ ਬਹੁਤ ਵਧੀਆ ਲੱਗਿਆ ਸੀ ਬਟ ਆਈ ਰਿਅਲਾਈਜ਼ ਕਿ ਮਾਈ ਫੈਮਿਲੀ ਕੁਡਨਟ ਸੈਟਲ ਡਾਊਨ ਮਾਈ ਕਿਡਸ ਵਰ ਬੋਰਨ ਐਂਡ ਰੇਜ਼ਡ ਇਨ ਕੈਨੇਡਾ ਉਹ ਵੀ ਸੈਟ ਨਹੀਂ ਕਰ ਸਕੇ ਤੇ ਮੇਰੀ ਫੈਮਿਲੀ didn't want to stay there for long so I came back then I started looking for options around Canada ਤੇ ਉਹ ਕੈਨੇਡਾ ਦੇ ਵਿੱਚ ਵੀ ਬੜੀਆਂ ਟ੍ਰਾਇਲਸ ਕੀਤੇ ਜੀ ਅਸੀਂ ਘਰ ਵੀ ਇਵਨ ਚੇਂਜ ਕੀਤਾ ਕਿ ਚਲੋ ਸਮਾਲਰ ਹਾਊਸ ਟੂ ਬਿਗਰ ਹਾਊਸ ਵਿੰਟਰਸ ਦੇ ਵਿੱਚ ਡਾਇਰੈਕਟ ਵਿੰਡੋਜ਼ ਤੋਂ ਤੁਹਾਨੂੰ ਜਿਹੜੀ ਸਨਲਾਈਟ ਆਵੇ ਤਾਂ ਉਹ ਵੀ ਅਸੀਂ ਐਕਸਪੈਰੀਮੈਂਟਸ ਕਰ ਲਏ ਬਟ ਸਟਿਲ ਇਟ ਡਿਡਨਟ ਵਰਕ ਆਊਟ ਇਨ ਮਾਈ ਕੇਸ ਤੇ ਸੋ ਮਾਈ ਹੈਲਥ ਵਾਸ ਗੋਇੰਗ ਡਾਊਨ ਸੋ 2022 onward ਉਹ ਤੋਂ ਬਾਅਦ ਵੀ ਮੈਂ ਕੰਟਰੀ ਸਿੱਖ ਰਹੀ ਸੀਗੀ ਐਂਡ ਆਈ ਵੈਂਟ ਟੂ ਇਵਨ ਦੁਬਈ ਮੈਨੂੰ ਬਹੁਤ ਪਸੰਦ ਆਇਆ ਸੇਫਟੀ ਸਿਕਿਉਰਿਟੀ ਸਾਰੇ ਰੀਜ਼ਨਸ ਕਰਕੇ ਮੈਨੂੰ ਬੜਾ ਵਧੀਆ ਲੱਗਿਆ ਬਟ ਦੁਬਈ ਦਾ ਇਹ ਚੱਕਰ ਹੋ ਗਿਆ ਕਿ ਉੱਥੇ ਗਰਮੀ ਬਹੁਤ ਸੀਗੀ ਈਵਨ ਇਨ ਦਾ ਮੰਥ ਆਫ ਨਵੰਬਰ ਮੈਂ ਜਦੋਂ ਉੱਥੇ ਕਾਫੀ ਸਟੇ ਕੀਤਾ ਮੈਂ ਡਿਊਰਿੰਗ ਦ ਡੇ ਬਾਹਰ ਹੀ ਨਹੀਂ ਨਿਕਲਦੀ ਸੀਗੀ ਸੋ ਆਈ ਰਿਅਲਾਈਜ਼ ਕਿ ਸਟਿਲ ਇਟਸ ਨਾਟ ਦ ਪਲੇਸ ਫॉर ਮੀ ਐਂਡ ਅਗੇਨ ਫਿਰ ਮੇਰੀ ਫੈਮਿਲੀ ਵਾਸਤੇ ਵੀ ਬਹੁਤ ਦੂਰ ਸੀਗਾ ਅਗਰ ਮੇਰੇ ਬੱਚੇ ਕੈਨੇਡਾ ਪੜ੍ਹ ਰਹੇ ਆ ਤਾਂ ਟਰੈਵਲਿੰਗ then I looked into Costa Rica. Costa Rica is one of my favorite places. ਮੈਨੂੰ ਬਹੁਤ ਪਸੰਦ ਹੈ nature wise and everything. But I realized ਕਿ Costa Rica ਦੀ living cost ਕਾਫੀ ਜ਼ਿਆਦਾ ਸੀਗੀ ਔਰ flight ਦਾ ਵੀ distance ਜ਼ਿਆਦਾ ਸੀਗਾ. Then I decided not to do that. So ਹਰ country ਜਦੋਂ ਵੀ ਮੈਂ experiment ਕਰਦੀ ਸੀ I used to look into the carrying cost. I used to look into the property prices. I used to look into the government rules and regulation. ਮੈਂ ਉੱਥੇ lawyers ਨੂੰ hire ਕਰਨਾ और फिर ਉਹਨਾਂ ਤੋਂ suggestion ਲੈਣੀ ਕਿ what if I move what are the residency regulations and all that stuff then I looked into Mexico ਫਿਰ ਮੈਂ ਹਰ ਕੈਨੇਡੀਅਨ ਵਾਂਗੂ ਫਲੋਰੀਡਾ ਵੀ ਪਲਾਨ ਕੀਤਾ ਮੈਂ ਫਲੋਰੀਡਾ ਬਹੁਤ ਚੱਕਰ ਲਗਾਏ ਉੱਥੇ ਰਹਿ ਕੇ ਦੇਖਿਆ ਬਟ ਇੱਕ ਤਾਂ ਇਮੀਗ੍ਰੇਸ਼ਨ ਇਸ਼ੂਜ਼ ਮੈਨੂੰ ਥੋੜਾ ਜਿਹਾ ਲੱਗਦਾ ਸੀ ਕਿ ਹਮੇਸ਼ਾ ਇਮੀਗ੍ਰੇਸ਼ਨ ਦੇ ਟਾਈਮ ਵੀ ਲੱਗ ਜਾਂਦਾ ਹੈਗਾ ਆ ਐਂਡ ਵੈਦਰ ਉੱਥੇ ਦਾ ਥੋੜਾ ਐਕਸਟ੍ਰੀਮ ਸੀਗਾ ਜਾਂ ਤਾਂ ਗਰਮੀਆਂ ਸੀਗੀਆਂ ਹਿਊਮਿਡਿਟੀ ਐਂਡ ਆਲ ਐਂਡ ਦੈਨ ਸਰਦੀਆਂ ਦੇ ਵਿੱਚ ਵੀ ਪ੍ਰੋਪਰ ਸਰਦੀ ਨਹੀਂ ਮਿਲਦੀ ਸੀਗੀ ਅਨਲੈਸ ਆਈ ਗੋ ਟੂ ਮਾਇਆਮੀ ਸੋ ਉੱਥੇ ਵੀ ਮਤਲਬ ਪ੍ਰੋਪਰ ਗਰਮੀ ਨਹੀਂ ਸੀਗੀ ਤਾਂ ਫਿਰ ਸਰਦੀ ਸੀਗੀ ਉੱਥੇ ਵੀ ਐਂਡ ਈਵਨ ਦੋਜ਼ ਹਾਊਸਿਸ ਆਰ ਬਿਲਡ ਫॉर ਅ ਵਾਰਮ ਵੈਦਰ ਤੇ ਵਿੰਟਰ ਦੇ ਵਿੱਚ ਵੀ ਉੱਥੇ ਹੀਟ ਚਲਾ ਰਹੇ ਸੀਗੇ ਕਈ ਘਰਾਂ ਦੇ ਵਿੱਚ ਇਨ ਫਲੋਰੀਡਾ ਦੈਨ ਆਈ ਰਿਅਲਾਈਜ਼ ਮੇਬੀ ਫਲੋਰੀਡਾ ਇਜ਼ ਨਾਟ ਮਾਈ ਪਲੇਸ ਐਂਡ ਆਈ ਡਿਡਨਟ ਫੀਲ ਦੈਟ ਕਨੈਕਟੀਵਿਟੀ ਇਟਸ ਦ ਸੇਮ ਪੀਪਲ ਜ਼ਿਆਦਾਤਰ ਸਾਰੇ ਆਪਣੇ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਸੀਗੇ ਤਾਂ ਮੈਨੂੰ ਉਹ ਜਿੱਦਾਂ ਇੰਡੀਆ ਵਾਲੀ ਫੀਲਿੰਗ ਮੈਂ ਲੱਭ ਰਹੀ ਸੀਗੀ ਨਾ ਉਹ ਮੈਨੂੰ ਉੱਥੇ ਲੱਭ ਨਹੀਂ ਰਹੀ ਸੀ ਦੈਨ ਡੋਮਿਨਿਕਨ ਰਿਪਬਲਿਕ ਵਾਜ਼ ਦ ਵਨ ਇੱਥੇ ਮੈਂ 2022 ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਫॉर ਮਾਈ ਕਲਾਇੰਟਸ ਪਹਿਲੇ ਅਸੀਂ ਯੂਰੋਪੀਅਨ ਕਲਾਇੰਟਸ ਨੂੰ ਦੇਖਦੇ ਹੁੰਦੇ ਸੀਗੇ ਫਿਰ ਜਦੋਂ ਮੈਂ ਲਾਸਟ ਈਅਰ 2025 ਦੇ ਵਿੱਚ ਡਿਸਾਈਡ ਕੀਤਾ ਕਿ ਮੈਂ ਡੋਮਿਨਿਕਨ ਰਿਪਬਲਿਕ ਆਉਣਾ ਕਿਉਂਕਿ ਮੇਰਾ ਫੈਕਟਰ ਸੀਗਾ ਕਿ ਸੇਫਟੀ ਐਂਡ ਸਿਕਿਉਰਿਟੀ ਇਜ਼ ਨੰਬਰ 1 ਇਟ ਹੈਜ਼ ਟੂ ਬੀ ਕਲੋਜ਼ ਟੂ ਟੋਰਾਂਟੋ ਕੈਨੇਡਾ ਤੋਂ ਕੋਲ ਹੋਣਾ ਚਾਹੀਦਾ ਸੀਗਾ ਉਹ ਵੀ ਸੀਗਾ ਦੈਨ ਪ੍ਰੋਪਰਟੀ ਪ੍ਰਾਈਸਿਸ ਵੀ ਇੱਥੇ ਘੱਟ ਸੀਗੇ ਕੰਪੇਅਰ ਟੂ ਐਨੀ ਅਦਰ ਕੰਟਰੀਜ਼ ਮੈਨੂੰ ਜਿਹੜੀਆਂ ਦਿਖ ਰਹੀਆਂ ਸੀਗੀਆਂ ਐਂਡ ਕੈਰਿੰਗ ਕੋਸਟ ਐਵਰੀ ਮੰਥ ਦੇ ਜਿਹੜਾ ਮੇਰਾ ਮੰਥਲੀ ਐਕਸਪੈਂਸ ਸੀਗੇ ਉਹ ਵੀ ਘੱਟ ਆ ਰਹੇ ਸੀਗੇ ਦੈਨ ਆਈ ਡਿਸਾਈਡਡ ਟੂ ਬਾਈ ਅ ਪ੍ਰੋਪਰਟੀ ਹੇਅਰ ਐਂਡ ਲਿਵ ਹੇਅਰ ਹੁਣ ਇੱਦਾਂ ਹੁੰਦਾ ਕਿ ਅਸੀਂ ਪੰਜਾਬੀ ਹਾਂ ਸਾਨੂੰ ਕੰਮ ਕਰਨ ਦੀ ਬਹੁਤ ਆਦਤ ਪਈ ਹੁੰਦੀ ਹੈ ਤੇ ਇੰਨੀ ਆਦਤ ਪਈ ਹੋਣ ਕਰਕੇ ਨਾ ਦੈਨ ਆਈ ਰਿਅਲਾਈਜ਼ ਕਿ ਮੇਰੇ ਲਈ ਨਾ ਬੀਚ 'ਤੇ ਸਾਰਾ ਦਿਨ ਮੈਂ ਬੈਠ ਕੇ ਨਹੀਂ ਬੈਠ ਸਕਦੀ ਜਾਂ ਬੁੱਕਸ ਨਹੀਂ ਸਾਰਾ ਦਿਨ ਮੈਂ ਇੱਥੇ ਸਬਜ਼ੀਆਂ ਵੀ ਨਹੀਂ ਲਗਾ ਸਕਦੀ ਮਤਲਬ ਆਈ ਹੈਵ ਟੂ ਡੂ ਸਮਥਿੰਗ ਆਈ ਐਮ ਸਟਿਲ ਇਨ ਮਾਈ 40s ਅਤੇ 40s ਦੇ ਵਿੱਚ ਆ ਕੇ ਮੈਂ ਕੀ ਕਰਾਂ ਅਤੇ ਜਿਹੜਾ ਮੈਨੂੰ ਸਮਝ ਆਇਆ ਕਿ ਮੈਨੂੰ ਆਪ ਨੂੰ ਇੱਥੇ ਦੁਬਾਰਾ ਤੋਂ ਕੰਮ ਉਹੀ ਕਰਨਾ ਚਾਹੀਦਾ ਜੋ ਮੈਂ ਪਹਿਲੇ ਤੋਂ ਕਰਦੀ ਆ ਰਹੀ ਹਾਂ ਔਰ ਮੇਰੇ ਕਲਾਇੰਟਸ ਵੀ ਜਿਹੜੇ ਨੇ ਉਹ ਵੀ ਲੱਭ ਰਹੇ ਸੀਗੇ ਆਪਣੀ ਵਿੰਟਰ ਸੋਲਿਊਸ਼ਨਸ ਕਿ ਵਿੰਟਰਸ ਦੇ ਵਿੱਚ ਅਸੀਂ ਕੀ ਕਰੀਏ ਅਸੀਂ ਕਿੱਥੇ ਜਾਈਏ ਦੇ ਹੈਡ ਟਨਸ ਆਫ ਕੁਐਸਚਨਸ ਔਰ ਜਦੋਂ ਮੈਂ ਉਹਨਾਂ ਨਾਲ ਡੋਮਿਨਿਕਨ ਰਿਪਬਲਿਕ ਬਾਰੇ ਗੱਲ ਕੀਤੀ ਸਭ ਤੋਂ ਪਹਿਲੇ ਹਰ ਕਿਸੇ ਦਾ ਇਹ ਥਾਟ ਹੁੰਦਾ ਕਿ ਇਹ ਤਾਂ ਟੂਰਿਸਟ ਕੰਟਰੀ ਹੈ ਜਾਂ ਫਿਰ ਇਹ ਸੇਫ ਨਹੀਂ ਹੈਗੀ ਸੋ ਮੈਂ ਆਪ ਇੱਥੇ ਕਈ ਮਹੀਨੇ ਆ ਕੇ ਰਹਿਣਾ ਸ਼ੁਰੂ ਕੀਤਾ ਐਂਡ ਇਸ ਸਾਲ ਮੈਂ ਆਪਣਾ ਫੁੱਲ ਫਲੈਜ ਮੂਵ ਕੀਤਾ ਡੋਮਿਨਿਕਨ ਰਿਪਬਲਿਕ ਦੇ ਵਿੱਚ ਔਰ ਪੁੰਤਾ ਕਾਨਾ ਸਪੈਸ਼ਲੀ ਕਿਉਂਕਿ ਮੈਨੂੰ ਆਹ ਵਾਲੀ ਜਗ੍ਹਾ ਵਧੀਆ ਲੱਗੀ ਇੱਥੇ ਇੱਕ ਤਾਂ ਏਅਰਪੋਰਟ ਦੇ ਬਿਲਕੁਲ ਕੋਲ ਹੈਗਾ ਆ ਦੂਸਰਾ ਇੱਥੇ ਆਪਣਾ ਐਕਸਪੈਟਸ ਇੰਟਰਨੈਸ਼ਨਲ ਜਿਹੜੇ ਤੁਹਾਨੂੰ ਲੋਕੀ ਆ ਕੇ ਮਿਲ ਜਾਂਦੇ ਨੇ
ਤੁਹਾਨੂੰ ਬਹੁਤ ਸਾਰੇ ਮਤਲਬ ਵਧੀਆ ਕਨੈਕਸ਼ਨ ਤੁਸੀਂ ਉੱਥੇ ਬਣਾ ਸਕਦੇ ਹੋ। ਤੀਸਰਾ ਇੰਗਲਿਸ਼ ਲੈਂਗੁਏਜ, ਮੇਨਲੀ ਇੱਥੇ ਦੀ ਲੈਂਗੁਏਜ ਸਪੈਨਿਸ਼ ਹੈ, ਪਰ ਇੰਗਲਿਸ਼ ਲੈਂਗੁਏਜ ਸਪੀਕਰ ਸਾਨੂੰ ਇੱਥੇ ਬਹੁਤ ਮਿਲ ਜਾਂਦੇ ਨੇ ਹੈਗੇ ਨੇ। ਤਾਂ ਜੇ ਤੁਹਾਨੂੰ ਸਪੈਨਿਸ਼ ਨਹੀਂ ਵੀ ਆਉਂਦੀ ਤਾਂ ਵੀ ਬੜਾ ਵਧੀਆ ਤੁਸੀਂ ਇੱਥੇ ਚਲਾ ਸਕਦੇ ਹੋ। ਬਟ ਅਲੋਂਗ ਦਾ ਵੇ ਤੁਸੀਂ ਸਿੱਖ ਜਾਂਦੇ ਹੋ। ਜਿੱਦਾਂ ਮੈਂ ਵੀ ਇੱਥੇ ਹੁਣ ਕਾਫੀ ਗਰੋਸਰੀ ਆਈਟਮਸ ਜਾਂ ਥੋੜ੍ਹੀ ਬਹੁਤੀ ਕਮਿਊਨੀਕੇਸ਼ਨ ਜਿਹੜੀ ਕਮਿਊਟ ਕਰਨੀ ਹੈ ਡੇਲੀ ਦੀ, ਉਹ ਮੈਂ ਕਰ ਲੈਂਦੀ ਹਾਂ। ਤੇ ਸੋ ਲੈਂਗੁਏਜ ਵਾਜ਼ ਵਨ ਆਫ ਦਾ ਫੈਕਟਰ। ਦੈਨ ਐਵਰੀ ਮੰਥਲੀ ਕਾਸਟ ਜਿਹੜੀ ਮੈਨੂੰ ਲੱਗੀ ਇੱਥੇ ਮੈਨੂੰ ਘੱਟ ਲੱਗ ਰਹੀ ਸੀਗੀ ਐਜ਼ ਕੰਪੇਅਰ ਟੂ ਐਨੀ ਅਦਰ ਕੰਟਰੀ। ਜੇ ਆਪਾਂ ਘਰ ਲੈ ਲੈਂਦੇ ਹਾਂ ਔਰ ਜੇ ਤੁਸੀਂ ਆਪਣੀ ਗੱਡੀ ਇੱਥੇ ਰੱਖਦੇ ਹੈਗੇ ਹੋ ਤਾਂ ਫਿਰ ਤੁਹਾਨੂੰ ਇੱਥੇ ਦੀ ਜਿਹੜੀ ਬਾਕੀ ਕਾਸਟ ਹੈ ਉਹ ਇੰਨੀਆਂ ਜ਼ਿਆਦਾ ਨਹੀਂ ਪੈਂਦੀਆਂ। ਮੇਰਾ ਗਰੋਸਰੀ ਦਾ ਬਿੱਲ ਤਕਰੀਬਨ $80 ਪਰ ਵੀਕ ਦਾ ਆਉਂਦਾ ਹੈ 2 ਜਣਿਆਂ ਦਾ। ਤੇ ਇਟਸ ਨਾਟ ਟੂ ਡਿਫਿਕਲਟ। ਜੇ ਮੈਂ ਇਕੱਲੀ ਵੀ ਰਹਿ ਰਹੀ ਹਾਂ, ਮੈਂ ਕਾਫੀ ਮਹੀਨੇ ਇਕੱਲੀ ਵੀ ਰਹਿੰਦੀ ਹਾਂ, ਤੇ $40-50 ਇਜ਼ ਮਾਈ ਬਿੱਲ। ਸੋ ਓਵਰਆਲ ਲਾਈਕ ਮੈਨੂੰ ਵਧੀਆ ਲੱਗਦਾ ਹੈ। ਬਟ ਦ ਮੋਸਟ ਇੰਪੋਰਟੈਂਟ ਥਿੰਗ ਲਿਵਿੰਗ ਓਵਰ ਹੇਅਰ, ਇੱਕ ਐਵਰੀ ਮੋਰਨਿੰਗ ਬਗੈਰ ਅਲਾਰਮ ਤੋਂ, ਮੈਨੂੰ ਕਦੀ ਵੀ ਅਲਾਰਮ ਦੀ ਲੋੜ ਨਹੀਂ ਪਈ, ਬਗੈਰ ਅਲਾਰਮ ਤੋਂ ਮੈਂ ਇੱਥੇ ਉੱਠ ਜਾਂਦੀ ਹਾਂ। ਹਨੇਰਾ ਹੁੰਦਾ ਅਸੀਂ ਲਾਈਕ ਵਿਦ ਡਾਰਕਨੈਸ ਅਸੀਂ ਸੋ ਜਾਈਦਾ ਹੈ, ਕਦੀ 8 ਵਜੇ, 8:30, ਕਦੀ 9 ਵਜੇ। ਤੇ ਇੱਥੇ ਆਪਾਂ ਨੇਚਰ ਦੀ ਰਿਦਮ ਦੇ ਨਾਲ ਚੱਲਦੇ ਹਾਂ। ਉੱਠਦੇ ਸਾਰ ਮੈਨੂੰ ਅੰਦਰ ਕੁਛ ਨਹੀਂ ਹੁੰਦਾ, ਆਈ ਜਸਟ ਓਪਨ ਮਾਈ ਡੋਰ ਐਂਡ ਆਈ ਗੋ ਆਊਟ। ਮੈਂ ਕਦੀ ਲੇਕ ਦੇ ਕਿਨਾਰੇ ਵਾਕ ਕਰ ਰਹੀ ਹੁੰਦੀ, ਕਦੀ ਬਾਹਰ ਐਕਸਰਸਾਈਜ਼ ਕਰ ਰਹੀ, ਕਦੀ ਯੋਗਾ ਕਰ ਰਹੀ। ਸੋ ਆਈ ਸਪੈਂਡ ਮਾਈ ਮਾਰਨਿੰਗਸ ਵਿਦ ਮੀ। ਐਂਡ ਫਿਰ ਜਿਹੜੇ ਮੇਰੇ ਵੀਡੀਓ ਸ਼ੂਟਸ ਨੇ ਮੈਂ ਮਾਰਨਿੰਗ 'ਚ ਹੀ ਖਤਮ ਕਰਦੀ ਹਾਂ। ਦੈਨ ਆਈ ਸਕੈਜੂਲ ਮਾਈ ਬਿਲਡਰਸ ਅਪਾਇੰਟਮੈਂਟ। ਸੋ ਫਿਰ ਬਿਲਡਰਸ ਨੂੰ ਮਿਲ ਕੇ ਫਿਰ ਆਪਾਂ ਦੁਪਹਿਰ ਨੂੰ ਕਈ ਵਾਰੀ ਰੈਸਟ ਕਰ ਲਈਦੀ, ਕਈ ਵਾਰੀ ਫਰੈਂਡਸ ਦੇ ਨਾਲ ਬਾਹਰ ਲੰਚ ਕਰ ਲਈਦਾ, ਉਹ ਵੀ ਪੈਟੀਓ 'ਤੇ ਬੈਠ ਕੇ। ਇੰਨੀ ਗਰਮੀ ਦੇ ਵਿੱਚ ਵੀ ਇੱਥੇ ਹਵਾ ਸਾਰਾ ਦਿਨ ਚੱਲਦੀ ਰਹਿੰਦੀ ਹੈ। ਟੈਂਪਰੇਚਰ ਇੱਥੇ ਦਾ 22 ਡਿਗਰੀ ਟੂ 32 ਡਿਗਰੀ ਦੇ ਵਿੱਚ ਜਿਹੜਾ ਚੱਲਦਾ ਹੈਗਾ ਥਰੂ ਆਊਟ ਦਾ ਈਅਰ। ਤੇ ਇੰਨਾ ਜ਼ਿਆਦਾ ਨਹੀਂ ਹੈਗਾ, ਸਾਰਾ ਦਿਨ ਹਵਾ ਚੱਲਦੀ ਰਹਿੰਦੀ ਹੈ, ਵਿੱਚ ਵਿੱਚ ਬਾਰਿਸ਼ ਹੁੰਦੀ ਰਹਿੰਦੀ ਹੈ, ਤੇ ਮੈਨੂੰ ਪਸੰਦ ਹੈ। ਇੱਥੇ ਦੀ ਲਾਈਫ ਮੈਨੂੰ ਬਹੁਤ ਵਧੀਆ ਲੱਗਦੀ ਹੈ। ਆਈ ਫੀਲ ਲਾਈਕ ਮਚ ਯੰਗਰ, 20 years ਯੰਗਰ। ਮਾਈ ਪਰਸਨਲ ਐਕਸਪੀਰੀਅੰਸ ਮੈਂ ਹੁਣ ਕੋਈ ਸਪਲੀਮੈਂਟਸ ਨਹੀਂ ਲੈ ਰਹੀ ਹੈਗੀ ਹਾਂ। ਆਈ ਓਨਲੀ ਟੇਕ ਮਾਈ ਥਾਇਰੋਇਡ ਮੈਡੀਕੇਸ਼ਨ ਬਿਕਾਜ਼ ਮਾਈ ਥਾਇਰੋਇਡ ਵਾਜ਼ ਰਿਮੂਵਡ। ਤੇ ਅਦਰ ਦੈਨ ਦੈਟ ਮੈਨੂੰ ਹੋਰ ਕੁਛ ਲੈਣ ਦੀ ਲੋੜ ਨਹੀਂ ਪੈਂਦੀ। ਮੈਂ ਇੱਥੇ ਦਾ ਨੈਚੁਰਲ ਫੂਡ ਖਾਂਦੀ ਹਾਂ। 80% ਆਫ ਦਾ ਪ੍ਰੋਡਕਟ ਜਿਹੜਾ ਅਸੀਂ ਇੱਥੇ ਖਾਈਦਾ ਹੈਗਾ ਇੱਥੇ ਹੀ ਬਣਦਾ ਹੈਗਾ ਆ। ਮਤਲਬ ਫਰੂਟਸ, ਵੈਜੀਟੇਬਲਸ, ਮੈਂ ਜ਼ਿਆਦਾ ਵੈਜੀਟੇਰੀਅਨ ਫੂਡ ਲਾਈਕ ਕਰਦੀ ਹਾਂ, ਇਸ ਕਰਕੇ ਮੇਰੇ ਲਈ ਅਸੈਸ ਕਰਨਾ ਬਹੁਤ ਈਜ਼ੀ ਹੈਗਾ ਆ। Other than that, I choose the this ਕੀ ਕਹਿੰਦੇ ਵੈਲ ਪਲਾਨਡ ਮਾਸਟਰ ਪਲਾਨ ਕਮਿਊਨਿਟੀ ਮੈਂ ਪਿਕ ਕੀਤੀ ਵਿਸਤਕਾਨਾ ਦੀ, ਜਿਹਦੇ ਵਿੱਚ ਕਿ ਮੈਂ ਇੱਥੇ ਰਹਿ ਰਹੀ ਹੈਗੀ ਹਾਂ। ਐਂਡ ਆਈ ਲਵ ਲਿਵਿੰਗ ਹੇਅਰ ਐਂਡ ਮੈਂ ਇੱਥੇ ਹੀ ਇਨਵੈਸਟ ਕਰ ਰਹੀ ਹਾਂ। ਇੱਥੇ ਹੀ ਕਮਰਸ਼ੀਅਲ ਸਪੇਸਿਸ ਵੀ ਨੇ, ਇੱਥੇ ਹੀ ਆਪਣਾ ਰੈਜ਼ੀਡੈਂਸ਼ੀਅਲ ਸਪੇਸਿਸ ਵੀ ਨੇ, ਤੇ ਮੈਂ ਇੱਥੇ ਵੀ ਇਨਵੈਸਟ ਕਰ ਰਹੀ ਹੈਗੀ। ਮੈਂ ਆਪਣੇ ਕਲਾਇੰਟਸ ਨੂੰ ਵੀ ਅੱਖਾਂ ਬੰਦ ਕਰਕੇ ਇੱਥੇ ਦੇ ਦਿੰਦੀ ਕਿ ਭਈ ਅਗਰ ਇਫ ਯੂ ਵਾਂਟ ਲਿਵ ਅ ਕੰਪਲੀਟ ਲਾਈਫ, ਜਿਵੇਂ ਕਿ ਸੇਫਟੀ ਸਿਕਿਉਰਿਟੀ ਵੀ ਹੈਗੀ ਹੈ, ਸਾਰਾ ਕੁਛ ਅਰਾਊਂਡ ਹੈਗਾ, ਗਰੋਸਰੀਜ਼, ਆਲ ਸੋਰਟਸ ਆਫ ਸ਼ਾਪਸ, ਐਵਰੀਥਿੰਗ ਐਂਡ ਪੀਪਲ। ਤਾਂ ਤੁਸੀਂ ਐਵਰੀਡੇ ਨਵੇਂ ਫਰੈਂਡਸ ਬਣਾਉਂਦੇ ਹੋ, ਗੱਲਬਾਤ ਕਰਦੇ ਹੋ, ਤੁਹਾਨੂੰ ਦਿਲ ਕਰਦਾ ਕਿ ਤੁਸੀਂ ਕੋਈ ਫਰੂਟ ਕੱਟਿਆ, ਤੁਸੀਂ ਕੁਝ ਐਕਸਟਰਾ ਕੱਟ ਲਓ, ਕਿਉਂਕਿ ਜੇ ਤੁਸੀਂ ਥੱਲੇ ਜਾ ਕੇ ਬੈਠ ਕੇ ਖਾਣਾ ਹੈਗਾ, ਕੋਈ ਨਾ ਕੋਈ ਤੁਹਾਡੇ ਨਾਲ ਉੱਥੇ ਗੱਲਾਂ ਕਰਨ ਜ਼ਰੂਰ ਬੈਠ ਜਾਏਗਾ। ਤੇ ਆਈ ਲਵ ਟੂ ਸ਼ੇਅਰ, ਤੇ ਉਹ ਬੜਾ ਅੱਛਾ ਲੱਗਦਾ ਹੈ। ਐਂਡ ਆਫ ਕੋਰਸ ਆਈ ਐਮ ਵਰਕਿੰਗ ਹੇਅਰ, ਮੈਨੂੰ ਕੰਮ ਕਰਨਾ ਅੱਛਾ ਲੱਗਦਾ ਹੈ। ਆਈ ਐਮ ਸਟਿਲ ਇਨ ਮਾਈ 40s, ਸੋ ਆਈ ਡੋਂਟ ਨੋ, ਮੈਂ ਰਿਟਾਇਰਮੈਂਟ ਕਰਕੇ ਦੇਖ ਲਈ, ਇਟ ਡਿਡਨਟ ਵਰਕ ਆਊਟ ਫॉर ਮੀ। ਸੋ ਆਈ ਲਵ ਟੂ ਸ਼ੇਅਰ, ਆਈ ਲਵ ਟੂ ਵਰਕ। ਤੇ ਮੈਂ ਹੁਣ ਜੋ ਆਪ ਕੀਤਾ ਹੈਗਾ ਮੈਂ ਉਹੀ ਆਪਣੇ ਕਲਾਇੰਟਸ ਨੂੰ ਰਸਤਾ ਦਿਖਾ ਰਹੀ ਹਾਂ, ਤੁਹਾਨੂੰ ਰਸਤਾ ਦਿਖਾ ਰਹੀ ਹਾਂ ਕਿ ਜੇ ਤੁਸੀਂ ਚਾਹ ਰਹੇ ਹੋ ਲਾਈਫ ਦੇ ਵਿੱਚ ਕੁਝ ਚੇਂਜ ਕਰਨਾ, ਤੇ ਪੁੰਤਾ ਕਾਨਾ ਇਜ਼ ਵਨ ਆਫ ਦੀ ਗੁੱਡ ਪਲੇਸਿਸ। ਇੱਥੇ ਦੇਖੋ ਟੂਰਿਜ਼ਮ ਦਾ ਤਾਂ ਬਿਜ਼ਨਸ ਬਹੁਤ ਵਧੀਆ ਹੈ ਹੀ ਹੈ। ਤਕਰੀਬਨ 8 ਮਿਲੀਅਨ ਪੀਪਲ ਪੁੰਤਾ ਕਾਨਾ 'ਚ ਆ ਰਹੇ ਨੇ। ਬਟ ਔਨ ਦਾ ਅਦਰ ਸਾਈਡ ਇੱਥੇ ਦੂਸਰੇ ਬਿਜ਼ਨਸਿਸ ਵੀ ਬਹੁਤ ਸਾਰੇ ਨੇ ਜਿਹੜੇ ਕਿ ਲੋਕਲ ਕਮਿਊਨਿਟੀ ਵਾਸਤੇ ਅਵੇਲੇਬਲ, ਤੁਸੀਂ ਉਹਨਾਂ ਨੂੰ ਵੀ ਸਰਵ ਕਰ ਸਕਦੇ ਹੋ। ਜਿਵੇਂ ਕਿ ਇੱਥੇ ਸਿਕਿਉਰਿਟੀ ਬਿਜ਼ਨਸਿਸ ਮੈਂ ਦੇਖੇ ਨੇ, ਰੈਸਟੋਰੈਂਟ ਬਿਜ਼ਨਸਿਸ। ਇੱਥੇ ਮੈਂ ਹਾਲੇ ਤੱਕ ਸਿਰਫ ਇੱਕ ਇੰਡੀਅਨ ਰੈਸਟੋਰੈਂਟ ਦੇਖਿਆ ਹੈਗਾ ਆ। ਦੈਨ ਦੇਰ ਆਰ ਲੋਡ ਆਫ ਅਦਰ ਬਿਜ਼ਨਸਿਸ ਜਿਹੜੇ ਕਿ ਮੈਨੂੰ ਪਤਾ ਹੈਗਾ ਹੈ ਕਿ ਆਪਾਂ ਇੱਥੇ ਕਰ ਸਕਦੇ ਹਾਂ। ਜਿੱਥੇ ਇੱਥੇ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਬਹੁਤ ਵਧੀਆ ਹੈ, ਪ੍ਰੋਪਰਟੀ ਮੈਨੇਜਮੈਂਟ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ, ਤੇ ਇੱਥੇ ਐਡ ਏਜੰਸੀ ਦਾ ਕੰਮ ਬਹੁਤ ਵਧੀਆ ਚੱਲ ਸਕਦਾ ਹੈ। ਸੋ ਦੇਰ ਆਰ ਲੋਡ ਆਫ ਆਪਸ਼ਨਸ। ਤੇ ਤੁਸੀਂ ਵੀ ਸੋਚ ਰਹੇ ਹੋ ਕਿ ਤੁਸੀਂ ਆਪਣੀ ਲਾਈਫ 'ਚ ਚੇਂਜ ਲੈ ਕੇ ਆਉਣਾ ਚਾਹ ਰਹੇ ਹੋ, ਚਾਹੇ ਆਪਣੇ ਵਾਸਤੇ ਚਾਹੇ ਆਪਣੇ ਬੱਚਿਆਂ ਵਾਸਤੇ। ਤਾਂ ਟਾਕਿੰਗ ਅਬਾਊਟ ਕਿਡਸ, ਜੀ ਇੱਥੇ ਬਹੁਤ ਵਧੀਆ ਵਧੀਆ US ਬੇਸਡ ਇੰਟਰਨੈਸ਼ਨਲ ਸਕੂਲਸ ਨੇ। ਆਈ ਆਲਸੋ ਐਮ ਪਲੈਨਿੰਗ, ਮੈਂ ਆਪਣੇ ਬੇਟੇ ਨੂੰ ਅਗਲੇ ਸਾਲ ਇੱਥੇ ਲੈ ਕੇ ਆ ਰਹੀ ਹੈਗੀ ਹਾਂ US ਬੇਸਡ ਇੰਟਰਨੈਸ਼ਨਲ ਸਕੂਲ 'ਚ। ਇੱਥੇ ਬੁੱਕਸ ਨਾ ਪੜ੍ਹਾਉਂਦੇ ਹੈਗੇ ਨੇ,
ਸਪੋਰਟਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਹੈਗੇ ਨੇ, ਸਟੱਡੀਜ਼ ਨੂੰ ਤਾਂ ਹੈ ਹੀ ਹੈ, ਬਟ ਇੱਥੇ ਦੀ ਐਜੂਕੇਸ਼ਨ ਮੈਨੂੰ ਸਿਸਟਮ ਬਹੁਤ ਵਧੀਆ ਲੱਗਿਆ। ਪਲੱਸ ਇੱਥੇ ਯੂਨੀਵਰਸਿਟੀਜ਼ ਬਹੁਤ ਅੱਛੀਆਂ ਹੈਗੀਆਂ, ਸੈਂਟੋ ਡੋਮਿੰਗੋ ਦੇ ਵਿੱਚ ਜਿਹੜੀ ਸਾਡੇ ਇੱਥੇ ਦੀ ਕੈਪੀਟਲ ਹੈਗੀ ਆ। ਪਲੱਸ ਜੇ ਤੁਸੀਂ ਬਿਜ਼ਨਸ ਕਰਨਾ, ਦੈਟ ਇਜ਼ ਆਲਸੋ ਅ ਗੁੱਡ ਆਪਸ਼ਨ। ਬਟ ਵਟ ਆਈ ਐਮ ਟਰਾਈਂਗ ਟੂ ਸੇ ਕਿ ਜੇ ਤੁਸੀਂ ਆਪਣੀ ਫੈਮਿਲੀ ਨੂੰ ਨਾਲ ਵੀ ਮੂਵ ਕਰਨਾ ਚਾਹ ਰਹੇ ਹੋ, ਇਟਸ ਅ ਗੁੱਡ ਪਲੇਸ ਟੂ ਬੀ। ਜੋ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਹੈਲਥ ਵਾਸਤੇ ਤੇ ਮੂਵ ਕੀਤਾ, ਔਰ ਮੈਂ ਆਪਣੀ ਫੈਮਿਲੀ ਨੂੰ ਇੱਕ ਓਪਰਚੁਨਿਟੀ ਦਿੱਤੀ ਹੈਗੀ ਆ ਕਿ ਤੁਸੀਂ ਵੀ ਹੈਲਦੀ ਰਹਿ ਸਕਦੇ ਹੈਗੇ ਹੋ, ਹੈਪੀ ਰਹਿ ਸਕਦੇ ਹੋ, ਔਰ ਗਰਮ ਮੌਸਮ ਦੇ ਵਿੱਚ ਵੀ ਰਹਿ ਸਕਦੇ ਹੋ। ਚਾਹੇ ਤੁਸੀਂ ਡੋਂਟ ਡੂ ਇਟ ਲਾਈਕ ਮੀ ਕਿ ਮੈਂ ਤਾਂ ਫੁੱਲ ਫਲੈਸ਼ ਮੂਵ ਕੀਤਾ, ਪਰ ਮੈਂ ਵੀ ਪਾਰਟਸ 'ਚ ਕੀਤਾ ਹੈਗਾ। ਮੈਂ ਵੀ ਇਟ ਟੁਕ ਮੀ ਕਪਲ ਆਫ ਈਅਰਸ, ਔਰ ਮੈਂ ਲਗਾਤਾਰ ਆ ਕੇ ਪ੍ਰੋਪਰਟੀਜ਼ ਬਾਏ ਕਰਕੇ ਫਿਰ ਮੈਂ ਇੱਥੇ ਮੂਵ ਕੀਤਾ ਹੈਗਾ। ਤੇ ਮੇਰੇ ਐਕਸਪੀਰੀਅੰਸ ਦਾ ਵੀ ਬੈਨੀਫਿਟ ਚੱਕ ਸਕਦੇ ਹੋ, ਮੇਰੇ ਨਾਲ ਗੱਲ ਕਰ ਸਕਦੇ ਹੋ। ਮੈਂ ਤੁਹਾਡੀ ਲੋਕਲ ਰੀਲਟਰ 'ਤੇ ਕੰਮ ਕਰ ਰਹੀ ਹਾਂ, ਤੁਹਾਨੂੰ ਰੈਜ਼ੀਡੈਂਸ਼ੀਅਲ ਜਾਂ ਫਿਰ ਬਿਜ਼ਨਸ ਓਪਰਚੁਨਿਟੀਜ਼ ਦਿਲਾਉਣ ਵਾਸਤੇ। ਤੁਸੀਂ ਮੈਨੂੰ ਵਟਸਐਪ ਵੀ ਕਰ ਸਕਦੇ ਹੋ @6475323000। ਮੇਰਾ ਕੈਨੇਡੀਅਨ ਨੰਬਰ ਹਾਲੇ ਵੀ ਚੱਲ ਰਿਹਾ ਹੈ, +1 6475323000 ਦੇ ਉੱਤੇ। ਔਰ ਨਾਲ ਦੇ ਨਾਲ ਤੁਸੀਂ if you have any doubts, or yeah, if you are planning to come here or ਚਾਹ ਰਹੇ ਹੋ ਕਿ how to start, definitely I can help you along the way. ਤੁਸੀਂ ਉਹ ਵੀ ਡਿਸਕਸ ਕਰ ਸਕਦੇ ਹੋ। So yeah, that's pretty much it. That sums up. But in my future videos, I would like to go in the details of each and everything. ਇੱਥੇ ਦੀ ਮੰਥਲੀ ਕਾਸਟ ਕਿੰਨੀ ਹੈਗੀ, ਕੈਰਿੰਗ ਕਾਸਟ ਕਿੰਨੀ ਹੈ, ਕਾਰ ਕਿਸ ਤਰ੍ਹਾਂ ਵਰਕ ਕਰਦੀ ਹੈ, ਕਿੰਨੇ ਖਰਚੇ ਆਉਂਦੇ ਨੇ, ਇੰਸ਼ੋਰੈਂਸ ਕਿੱਦਾਂ ਆਉਂਦੀ ਹੈਗੀ ਆ। Definitely I'll be covering everything up, but this was the intro video I really wanted to cover. And what I really want to say, ਮੈਂ ਬਹੁਤ ਜਗ੍ਹਾ ਤੇ ਰਹੀ ਹਾਂ, ਬਹੁਤ ਕੰਟਰੀਜ਼ ਦਾ ਐਕਸਪੀਰੀਅੰਸ ਵੀ ਕੀਤਾ। ਦਿਸ ਇਜ਼ ਦ ਓਨਲੀ ਪਲੇਸ ਵੇਅਰ ਆਈ ਫੀਲ ਕੰਪਲੀਟ। ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਇੱਥੇ, ਮੈਂ ਸਾਰਾ ਦਿਨ ਐਕਟਿਵ ਰਹਿੰਦੀ ਹਾਂ, ਔਰ ਆਈ ਐਮ ਮਚ ਹੈਪੀਅਰ, ਐਂਡ ਆਈ ਐਮ ਮਚ ਮੋਰ ਵਾਈਬਰੈਂਟ ਐਂਡ ਕਨੈਕਟਡ ਵਿਦ ਐਵਰੀਵਨ। ਸੋ ਜੇ ਤੁਸੀਂ ਵੀ ਸੋਚ ਰਹੇ ਹੋ ਤੇ ਆਪਣੇ ਆਪ ਨੂੰ ਹੋਲਡ ਨਾ ਕਰੋ, ਤੁਸੀਂ ਮੈਨੂੰ ਵਟਸਐਪ ਕਰਕੇ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੋ, ਔਰ ਤੁਸੀਂ ਆਪਣੀ ਵੀ ਲਾਈਫ ਦੀ ਪਲੈਨਿੰਗ ਕਰ ਸਕਦੇ ਹੋ। You don't have to hold yourself back for one or another reason. I am here as a motivation. ਮੈਂ ਤੁਹਾਡੇ ਲਈ ਇੱਕ ਮੋਟੀਵੇਸ਼ਨ ਇੱਥੇ ਦੇ ਰਹੀ ਹੈਗੀ ਹਾਂ, ਬੀਇੰਗ ਪੰਜਾਬੀ, ਬੀਇੰਗ ਇੰਡੀਅਨ, ਬੀਇੰਗ ਕੈਨੇਡੀਅਨ, ਕਿ ਮੈਂ ਕਿਸ ਤਰ੍ਹਾਂ ਇੱਥੇ ਮੂਵ ਕੀਤਾ ਹੈਗਾ। Or I'm giving you hope and giving you motivation and inviting you to live a beautiful life over here in Punta Cana. So, okay, so connect with me. Bye bye.